A very good afternoon, dear students. Here, your elective English teacher. So, for today, we are going to start the chapter number 2 from English Stories and Essays. And the name of the chapter is Gulliver in Lilliput. Now, Gulliver is the name of a person who is basically a doctor of an English ship. And Lilliput is basically a place where the little people lives. So, this is all about the heading, and now we are going to start the chapter. So the following extract is taken from Gulliver's Travel by Jonathan Swift. ਜਿਹੜਾ ਨੀਚੇ ਦਿੱਤਾ ਐਬਸਟਰੈਕਟ ਹੈ ਕਹਿੰਦੇ ਰਾਜੇ ਉਹ ਜੋਨਾਥਨ ਸਵਿਫਟ ਦੁਆਰਾ ਲਿਖੀਆਂ ਗਈਆਂ ਗੁਲੀਵਰ ਦੇ ਟਰੈਵਲਸ ਉਹਦੇ ਵਿੱਚੋਂ ਲਿਆ ਹੋਇਆ ਵਾ ਗੁਲੀਵਰ ਅ ਡਾਕਟਰ ਆਫ ਐਨ ਇੰਗਲਿਸ਼ ਸ਼ਿਪ ਗੁਲੀਵਰ ਕਿਸੇ ਇੱਕ ਵਿਅਕਤੀ ਦਾ ਨਾਮ ਸੀਗਾ ਜੋ ਕਿ ਇੰਗਲਿਸ਼ ਸ਼ਿਪ ਦਾ ਕਿਸੇ ਇੱਕ ਡਾਕਟਰ ਸੀ ਗੈਟਸ shipwrecked in the Atlantic and is thrown upon island of Lilliput. ਅਚਾਨਕ ਇੱਕ ਵਾਰ ਕੀ ਆ ਸਮੁੰਦਰ ਦੇ ਵਿੱਚ ਬਹੁਤ ਜ਼ਿਆਦਾ ਤੂਫਾਨ ਆ ਗਿਆ ਸੀਗਾ ਜਿਹਦੇ ਕਰਕੇ ਉਹ ਕੀ ਆ ਇੱਕ ਆਈਲੈਂਡ ਦੇ ਉੱਪਰ ਟਾਪੂ ਦੇ ਉੱਪਰ ਪਹੁੰਚ ਗਿਆ ਜਿਹਦਾ ਨਾਮ ਕੀ ਸੀਗਾ ਲਿਲੀਪੁਟ inhabited by a race of little people ਕੀ ਹੁੰਦੇ ਕਿ ਉੱਥੇ ਛੋਟੇ ਜਿਹੜੇ ਕੀ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਬੌਣੇ ਲੋਕ ਛੋਟੇ ਲੋਕ ਉਹ ਰਹਿੰਦੇ ਸੀਗੇ ਉੱਥੇ he goes to sleep ਉੱਥੇ ਜਦੋਂ ਜਾ ਕੇ ਡਿੱਗ ਗਿਆ ਤਾਂ ਉਹ ਇੱਕਦਮ ਸੌਂ ਗਿਆ when he wakes up he find himself a prisoner ਜਦੋਂ ਉਹ ਉੱਠਿਆ ਉਹਨੂੰ ਲੱਗਿਆ ਵੀ ਉਹ ਕੀ ਹੈ ਇੱਕ ਪ੍ਰਿਜ਼ਨਰ ਦੀ ਤਰ੍ਹਾਂ ਪਿਆ ਸੀ ਓਕੇ ਹੁਣ ਆਪਾਂ ਚੈਪਟਰ ਸਟਾਰਟ ਕਰਨ ਲੱਗੇ ਹਾਂ I attempted to rise but was not able to move. I ਮਤਲਬ ਗੁਲੀਵਰ ਦੱਸ ਰਿਹਾ ਵਾ ਆਪਦੇ ਬਾਰੇ ਵੀ ਜਦੋਂ ਇੱਕ ਵਾਰ ਕਿਹਾ ਸਮੁੰਦਰ ਦੇ ਵਿੱਚ ਤੂਫਾਨ ਆ ਗਿਆ ਸੀਗਾ ਤਾਂ ਗਲਤੀ ਨਾਲ ਕੀ ਚਲਿਆ ਗਿਆ ਉਹ ਇੱਕ ਟਾਪੂ ਦੇ ਉੱਪਰ ਚਲਿਆ ਗਿਆ ਅਨਕੌਂਸ਼ੀਅਸ ਸੀ ਉਸ ਸਮੇਂ ਤੇ ਉੱਥੇ ਜਾ ਕੇ ਸੌਂ ਗਿਆ ਉਹ ਕਿਉਂਕਿ ਤੂਫਾਨ 'ਚ ਬਹੁਤ ਜ਼ਿਆਦਾ ਥੱਕ ਚੁੱਕਿਆ ਸੀਗਾ ਪਰ ਜਦੋਂ ਉਹ ਉੱਠਿਆ ਉਹਨੇ ਆਪਣੇ ਆਪ ਨੂੰ ਲਿਲੀਪੁਟ ਟਾਪੂ ਆ ਇੱਕ ਨਾਮਕ ਉਹਦੇ ਉੱਪਰ ਪਾਇਆ ਜਿੱਥੇ ਕਿ ਬੌਣੇ ਲੋਕ ਰਹਿੰਦੇ ਸੀਗੇ ਸੋ ਉੱਥੇ ਉਹਦੇ ਨਾਲ ਕੀ ਹੋਇਆ ਉਹਦੇ ਬਾਰੇ ਉਹ ਸਾਰਾ ਆਪਦੇ ਟਰੈਵਲ ਬਾਰੇ ਦੱਸ ਰਿਹਾ ਵਾ I attempted to rise but was not able to move. ਮੈਂ ਕੋਸ਼ਿਸ਼ ਕੀਤੀ ਉੱਠਣ ਦੀ ਪਰ ਮੈਂ ਇੰਨਾ ਯੋਗ ਨਹੀਂ ਸੀ ਵੀ ਮੈਂ ਉੱਠ ਸਕਾਂ I found that my arms and legs were strongly fastened to the ground. ਮੈਂ ਜਦੋਂ ਉੱਠਿਆ ਜਦੋਂ ਜਾਗਿਆ ਮੈਂ ਇਹ ਦੇਖਿਆ ਕਿ ਮੇਰੀਆਂ ਬਾਹਾਂ ਅਤੇ ਮੇਰੀਆਂ ਲੱਤਾਂ ਕੀ ਆ ਗਰਾਊਂਡ ਦੇ ਵਿੱਚ ਕਿਸੇ ਧਾਗਿਆਂ ਦੇ ਨਾਲ ਰੱਸੀਆਂ ਦੇ ਨਾਲ ਬੰਨੀਆਂ ਹੋਈਆਂ ਹਨ ਮਾਈ ਹੇਅਰ ਵਿਚ ਵਾਜ਼ ਲੌਂਗ ਐਂਡ ਥਿਕ ਵਾਜ਼ ਟਾਈ ਡਾਊਨ ਇਨ ਦੀ ਸੇਮ ਮੈਨਰ ਇਸੇ ਤਰ੍ਹਾਂ ਮੇਰੇ ਬਾਲ ਸਿਰ ਦੇ ਬਾਲ ਵੀ ਬੰਨ੍ਹ ਦਿੱਤੇ ਸੀਗੇ ਸੇਮ ਗਰਾਊਂਡ ਦੇ ਨਾਲ ਬਿਸਾਈਡਸ ਆਈ ਫੈਲਟ ਸੈਵਰਲ ਸਟ੍ਰਿੰਗਸ ਆਲ ਓਵਰ ਮਾਈ ਬੋਡੀ ਇਸ ਤੋਂ ਇਲਾਵਾ ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਮੇਰੇ ਸਾਰੇ ਸਰੀਰ ਦੇ ਆਲੇ ਦੁਆਲੇ ਕਈ ਰੱਸੀਆਂ ਦੇ ਨਾਲ ਮੈਨੂੰ ਬੰਨਿਆ ਹੋਇਆ ਵਾ ਆਈ ਕੁਡ ਓਨਲੀ ਲੁੱਕ ਅਪਵਰਡਸ ਮੈਂ ਸਿਰਫ ਤਾਂ ਹੀ ਦੇਖ ਸਕਦਾ ਸੀ ਪਿਆ ਕਿਉਂਕਿ ਮੈਂ ਹਿੱਲਣ ਜੁਲਣ ਦੇ ਯੋਗ ਨਹੀਂ ਸੀ ਉਦੋਂ ਕਿਉਂਕਿ ਮੈਨੂੰ ਬਹੁਤ ਟਾਈਟਲੀ ਬੰਨਿਆ ਗਿਆ ਸੀ ਆਈ ਹਰਡ ਅ ਸਟ੍ਰੇਂਜ ਨੋਇਸ ਅਰਾਊਂਡ ਮੀ ਅਚਾਨਕ ਮੈਂ ਕੀ ਸੁਣਿਆ ਇੱਕ ਬਹੁਤ ਰੌਲਾ ਪੈਂਦਾ ਸੀ ਮੇਰੇ ਆਲੇ ਦੁਆਲੇ ਮੈਂ ਉਹ ਆਵਾਜ਼ ਸੁਣੀ ਬਟ ਐਜ਼ ਆਈ ਲੇ ਔਨ ਮਾਈ ਬੈਕ ਆਈ ਕੁਡ ਸੀ ਨਥਿੰਗ ਪਰ ਕਹਿੰਦਾ ਜਿਵੇਂ ਮੈਂ ਤਾਂ ਸਿੱਧਾ ਪਿਆ ਸੀਗਾ ਆਪਦੀ ਬੈਕ ਦੇ ਉੱਪਰ ਪਿਆ ਸੀਗਾ ਤਾਂ ਕਰਕੇ ਮੈਂ ਕੁਛ ਦੇਖ ਨਾ ਸਕਿਆ ਇਨ ਅ ਲਿਟਲ ਟਾਈਮ ਥੋੜ੍ਹੇ ਸਮੇਂ ਵਿੱਚ ਹੀ ਆਈ ਫੈਲਟ ਸਮਥਿੰਗ ਅਲਾਈਵ ਮੂਵਿੰਗ ਔਨ ਮਾਈ ਲੈਫਟ ਲੈਗ ਮੈਨੂੰ ਇੱਦਾਂ ਲੱਗਿਆ ਕਿ ਜਿਵੇਂ ਕੁਛ ਜਿਉਂਦਾ ਜਾਗਦਾ ਜਿਹੜਾ ਜੀਵ ਆ ਉਹ ਮੇਰੀ ਲੈਫਟ ਜਿਹੜੀ ਲੈਗ ਆ ਉਹਦੇ ਉੱਪਰ ਤੁਰ ਰਿਹਾ ਹੋਵੇ ਐਡਵਾਂਸਿੰਗ ਕੁਆਇਟਲੀ ਫੋਰਵਰਡ ਓਵਰ ਮਾਈ ਬੋਡੀ ਇਟ ਕੇਮ ਆਲਮੋਸਟ ਅਪ ਟੂ ਮਾਈ ਚਿਨ ਕਹਿੰਦਾ ਇਸ ਤਰ੍ਹਾਂ ਉਹ ਮੇਰੀ ਲੱਤ ਉੱਪਰ ਦੀ ਹੁੰਦਾ ਹੋਇਆ ਹੌਲੀ ਹੌਲੀ ਮੇਰੀ ਠੋਡੀ ਤੱਕ ਪਹੁੰਚ ਗਿਆ ਬੈਂਡਿੰਗ ਮਾਈ ਆਈਜ਼ ਡਾਊਨਵਰਡਸ ਐਜ਼ ਮਚ ਐਜ਼ ਆਈ ਕੁਡ I saw that it was a little man hardly 6 inches high with a bow and arrow in his hands. ਕਹਿੰਦਾ ਜਿੰਨੀਆਂ ਕਿ ਮੈਂ ਆਪਦੀਆਂ ਅੱਖਾਂ ਨੀਚੇ ਕਰ ਸਕਦਾ ਸੀ ਉਨੀਆਂ ਕੁ ਅੱਖਾਂ ਮੈਂ ਆਪਦੀਆਂ ਨੀਚੇ ਕਰਕੇ ਦੇਖੀਆਂ ਕਿ ਜਦੋਂ ਮੈਂ ਦੇਖਿਆ ਕੀ ਸੀ ਇੱਕ ਕਹਿੰਦਾ ਵਿਅਕਤੀ ਸੀਗਾ ਸਿਰਫ 6 ਇੰਚ ਦਾ ਜਿਹਦੇ ਹੱਥ ਵਿੱਚ ਕੀ ਸੀਗੇ ਤੀਰ ਕਮਾਨ ਸੀਗੇ I felt at least 40 more men of the same kind following the first ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਵਿਅਕਤੀ ਦੇ ਪਿੱਛੇ ਉਸੇ ਤਰ੍ਹਾਂ ਦੇ 40 ਹੋਰ ਲੋਕ ਖੜੇ ਆ ਲਾਈਨ ਦੇ ਵਿੱਚ I was greatly astonished ਮੈਂ ਬਹੁਤ ਹੈਰਾਨ ਹੋਇਆ and cried out so loud ਅਤੇ ਮੈਂ ਉੱਚੀ ਦੇਣੇ ਚੀਕਿਆ that they all ran back in fear ਕਿ ਜਦੋਂ ਮੈਂ ਉੱਚੀ ਦੇਣੇ ਚੀਕਿਆ ਤਾਂ ਉਹ ਸਾਰੇ ਪਿੱਛੇ ਭੱਜ ਗਏ some of them as I was afterward told were hurt in leaping from my sides to the ground ਕਈ ਇੰਨਾ ਡਰ ਗਏ ਕਿ ਉਹਨਾਂ ਨੇ ਮੇਰੇ ਸਰੀਰ ਤੋਂ ਜਦੋਂ ਨੀਚੇ ਛਾਲਾਂ ਮਾਰੀਆਂ ਗਰਾਊਂਡ ਦੇ ਉੱਪਰ ਤਾਂ ਉਹਨਾਂ ਦੇ ਸੱਟਾਂ ਵੀ ਲੱਗੀਆਂ ਹਾਊਐਵਰ
they soon returned, one of them who ventured so far as to get a full view of my face। ਕਹਿੰਦਾ ਥੋੜੇ ਟਾਈਮ ਬਾਅਦ ਹੀ ਉਹ ਫਿਰ ਆ ਗਏ, ਉਹਨਾਂ ਵਿੱਚੋਂ ਇੱਕ ਅੱਗੇ ਆਇਆ ਜਿਹਨੇ ਆ ਕੇ ਮੇਰਾ ਫੇਸ ਦੇਖਿਆ। ਲਿਫਟਡ ਅਪ ਹਿਸ ਹੈਂਡਸ ਐਂਡ ਆਈਜ਼, ਅਤੇ ਉਸ ਤੋਂ ਬਾਅਦ ਉਹਨੇ ਆਪਦੇ ਹੱਥ ਉੱਪਰ ਨੂੰ ਚੁੱਕੇ ਅਤੇ ਆਈਜ਼ ਨੂੰ ਉੱਪਰ ਨੂੰ ਚੁੱਕਿਆ, ਆਈਜ਼ ਉੱਪਰ ਨੂੰ ਕਰਕੇ ਖੋਲੀਆਂ। ਕ੍ਰਾਈਂਗ ਆਊਟ ਇਨ ਅ ਲਾਊਡ ਐਂਡ ਕਲੀਅਰ ਵੌਇਸ, ਉਹ ਉੱਚੀ ਆਵਾਜ਼ ਦੇ ਵਿੱਚ ਕੀ ਆ ਬੋਲਿਆ, ਹੈਕੀਨਾ ਡੈਕਿਊਲ, ਇਹ ਕੀ ਇੱਕ ਵਰਡ ਸੀ ਜੋ ਉਹ ਵਾਰ-ਵਾਰ ਬੋਲ ਰਹੇ ਸੀ। ਦੀ ਅਦਰ ਰਿਪੀਟਡ ਦੀ ਸੇਮ ਵਰਡਸ ਸੈਵਰਲ ਟਾਈਮ ਬਟ ਆਈ didn't know what they meant। ਸਾਰਿਆਂ ਨੇ ਇਹੀ ਸ਼ਬਦ ਵਾਰ-ਵਾਰ ਰਿਪੀਟ ਕੀਤਾ ਪਰ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ ਜਿਹੜਾ ਸ਼ਬਦ ਉਹ ਬੋਲ ਰਿਹਾ ਬਾਰ-ਬਾਰ ਇਹਦਾ ਮਤਲਬ ਕੀ ਸੀ। ਨੈਕਸਟ ਦੇਖਦੇ ਹਾਂ ਬੱਚੇ ਆਪਾਂ। I lay all this while, ਮੈਂ ਇਸੇ ਤਰ੍ਹਾਂ ਪਿਆ ਰਿਹਾ as the reader may believe in great uneasiness, ਮੈਨੂੰ ਇੱਦਾਂ ਲੱਗਦਾ ਸੀ ਕਿ ਮੈਂ ਕਿਹਦੇ ਵਿੱਚ ਹਾਂ, ਬਹੁਤ ਹੀ ਦੁਵਿਧਾ ਦੇ ਵਿੱਚ ਸੀ। At last struggling to get loose, ਅੰਤ ਦੇ ਵਿੱਚ ਜਦੋਂ ਮੈਂ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਛੁਡਾਉਣ ਦੀ, I was fortunate enough to break the strings and pull the pegs that fastens my left arm to the ground। ਕਹਿੰਦਾ ਮੈਂ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾਉਣ ਦੀ ਅਤੇ ਖੁਸ਼ਕਿਸਮਤੀ ਦੇ ਨਾਲ ਮੇਰਾ ਜਿਹੜਾ ਕੀ ਸੀਗੀ ਖੱਬੀ ਬਾਂਹ ਸੀਗੀ ਉਹ ਮੈਂ ਆਪਦੀ ਗਰਾਊਂਡ ਦੇ ਨਾਲੋਂ ਜਿਹੜੀਆਂ ਰੱਸੀਆਂ ਨਾਲ ਬੰਨੀ ਹੋਈ ਸੀ ਉਹਨੂੰ ਬਾਹਰ ਕੱਢ ਲਿਆ, ਛਡਾ ਲਿਆ। ਵਿਦ ਅ ਸਟਰੋਂਗ ਫੁੱਲ, ਜਦੋਂ ਮੈਂ ਬਹੁਤ ਜ਼ੋਰ ਦੀ ਆਪਦਾ ਹੱਥ ਚੱਕਿਆ, ਵਿਚ ਗੇਵ ਮੀ ਗ੍ਰੇਟ ਪੈਨ, ਜਿਹਦੇ ਨਾਲ ਮੇਰੇ ਬਹੁਤ ਪੇਨ ਵੀ ਹੋਈ। ਆਈ ਲੂਜ਼ਨਡ ਅ ਲਿਟਲ ਦ ਸਟ੍ਰਿੰਗਸ ਦੈਟ ਟਾਈ ਡਾਊਨ ਮਾਈ ਹੇਅਰ ਔਨ ਦ ਲੈਫਟ ਸਾਈਡ ਸੋ ਦੈਟ ਆਈ ਵਾਜ਼ ਜਸਟ ਏਬਲ ਟੂ ਟਰਨ ਮਾਈ ਹੈਡ ਅਬਾਊਟ 2 ਇੰਚਸ। ਕਹਿੰਦਾ ਮੈਂ ਕੋਸ਼ਿਸ਼ ਕੀਤੀ ਅਤੇ ਮੈਂ ਆਪਦਾ ਸਿਰ ਵੀ ਹਿਲਾਉਣਾ ਸਟਾਰਟ ਕੀਤਾ ਅਤੇ ਜੋ ਰੱਸੀਆਂ ਮੇਰੇ ਵਾਲਾਂ ਨਾਲ ਬੰਨੀਆਂ ਹੋਈਆਂ ਸੀਗੀਆਂ ਉਹ ਵੀ ਟੁੱਟ ਗਈਆਂ ਤਾਂ ਕਿ ਐਟਲੀਸਟ ਮੈਂ ਇਹ ਤਾਂ ਦੇਖ ਸਕਾਂ ਕਿ ਚੱਲ ਕੀ ਰਿਹਾ ਵਾ। ਓਕੇ ਬਟ ਦ ਲਿਟਲ ਮੈਨ ਰੈਨ ਆਫ ਅ ਸੈਕਿੰਡ ਟਾਈਮ ਬਿਫੋਰ ਆਈ ਕੁਡ ਕੈਚ ਦੇਮ, ਪਰ ਕਹਿੰਦਾ ਉਦੋਂ ਪਹਿਲਾਂ ਮੈਂ ਉਹ ਜਿਹੜੇ ਲੋਕ ਸੀਗੇ ਛੋਟੇ ਬੌਣੇ ਲੋਕ ਉਹਨਾਂ ਨੂੰ ਮੈਂ ਫੜਦਾ, ਉਹ ਸਾਰੇ ਉੱਥੋਂ ਭੱਜ ਗਏ, ਮੇਰੇ ਹੱਥ ਤੋਂ ਦੂਰ ਭੱਜ ਗਏ। ਦੇਰ ਵਾਜ਼ ਅ ਗ੍ਰੇਟ ਕਰਾਈ when that happened and after it had finished I heard one of them cry aloud, tell go for neck। ਕਹਿੰਦਾ ਉੱਥੇ ਬਹੁਤ ਉੱਚੀ ਚੀਖਿਆ ਅਤੇ ਇਸ ਤੋਂ ਬਾਅਦ ਮੈਂ ਕਰਾਊਡ ਨੂੰ ਉੱਚੀ ਕਹਿੰਦੇ ਹੋਏ ਸੁਣਿਆ tell go for neck। in an instant ਇਸੇ ਤਰ੍ਹਾਂ I felt 100 arrows my left hand hit my left hand which pricked me like so many needles। ਕਹਿੰਦਾ ਕੁਝ ਸਮੇਂ ਬਾਅਦ ਹੀ ਮੈਨੂੰ ਕੀ ਲੱਗਿਆ ਕਿ 100 ਦੀ ਗਿਣਤੀ ਦੇ ਵਿੱਚ ਜਿਹੜੇ ਐਰੋਜ਼ ਆ, ਤੀਰ ਆ, ਉਹ ਮੇਰੇ ਖੱਬੇ ਹੱਥ ਦੇ ਉੱਪਰ ਆ ਕੇ ਲੱਗੇ, ਜਿਹੜੇ ਮੈਨੂੰ ਇੱਦਾਂ ਲੱਗੇ ਕਿ ਜਿਵੇਂ ਮੇਰੇ ਕਿਸੇ ਨੇ 100 ਇਕੱਠੀਆਂ ਸੂਈਆਂ ਚੁਬੋ ਦਿੱਤੀਆਂ ਹੋਣ ਮੇਰੀ ਸਕਿਨ ਦੇ ਵਿੱਚ। ਬਿਸਾਈਡਸ, ਇਸ ਦੇ ਇਲਾਵਾ ਅਦਰ ਐਰੋਜ਼ ਵੈਂਟ ਇਨਟੂ ਦੀ ਏਅਰ ਫਾਲਿੰਗ ਔਨ ਮਾਈ ਬੋਡੀ ਐਂਡ ਸਮ ਔਨ ਮਾਈ ਫੇਸ ਵਿਚ ਆਈ ਇਮੀਡੀਏਟਲੀ ਕਵਰਡ ਵਿਦ ਮਾਈ ਲੈਫਟ ਹੈਂਡ। ਕਹਿੰਦਾ ਕੁਝ ਐਰੋ ਮੇਰੇ ਸਰੀਰ ਦੇ ਉੱਪਰ ਵੀ ਆ ਕੇ ਲੱਗੇ ਅਤੇ ਕੁਝ ਮੇਰੇ ਫੇਸ ਦੇ ਉੱਪਰ ਆ ਰਹੇ ਸੀ ਜਿਨ੍ਹਾਂ ਨੂੰ ਮੈਂ ਲੱਗਣ ਤੋਂ ਬਚਾ ਲਿਆ ਕਿਉਂਕਿ ਮੈਂ ਆਪਦਾ ਖੱਬਾ ਹੱਥ ਆਪਦੇ ਫੇਸ ਦੇ ਅੱਗੇ ਕਰ ਲਿਆ ਸੀ। ਆਈ ਵਾਜ਼ ਇਨ ਗ੍ਰੇਟ ਪੈਨ, ਮੈਂ ਬਹੁਤ ਪੇਨ ਦੇ ਵਿੱਚ ਸੀ। ਐਂਡ ਆਈ ਟਰਾਈਡ ਟੂ ਗੈਟ ਲੂਜ਼, ਮੈਂ ਬਹੁਤ ਕੋਸ਼ਿਸ਼ ਕੀਤੀ ਵੀ ਮੈਂ ਉੱਥੋਂ ਉੱਠ ਖੜਾਂ ਸਾਰੀਆਂ ਰੱਸੀਆਂ ਖੋਲ੍ਹ ਕੇ। ਦੇ ਅਟੈਕਡ ਮੀ ਅਗੇਨ ਵਿਦ ਐਰੋਜ਼ ਐਂਡ ਸਪੀਅਰਸ, ਉਹਨਾਂ ਨੇ ਮੇਰੇ ਉੱਪਰ ਦੁਬਾਰਾ ਹਮਲਾ ਕੀਤਾ ਤੀਰ ਕਮਾਨਾਂ ਦੇ ਨਾਲ। ਲੱਕੀਲੀ ਆਈ ਹੈਡ ਔਨ ਮੀ ਅ ਲੈਦਰ ਕੋਟ ਵਿਚ ਪ੍ਰੋਟੈਕਟਿਡ ਮੀ। ਕਹਿੰਦਾ ਲੱਕੀਲੀ ਮੈਂ ਉਦੋਂ ਇੱਕ ਲੈਦਰ ਕੋਟ ਪਾਇਆ ਹੋਇਆ ਸੀ ਜਿਹਦੇ ਕਰਕੇ ਮੇਰੀ ਸੁਰੱਖਿਆ ਹੋ ਗਈ ਕਿ ਤੀਰ ਮੇਰੇ ਸਰੀਰ ਦੇ ਵਿੱਚ ਲੱਗਣ ਤੋਂ ਬਚ ਗਏ। ਆਈ ਥੋਟ ਇਟ ਬੈਸਟ ਟੂ ਸਟਿਲ ਅੰਟਿਲ ਆਈ ਕੁਡ ਫਰੀ ਮਾਈ ਸੈਲਫ। ਕਹਿੰਦਾ ਮੇਰੇ ਲਈ ਮੈਂ ਸੋਚਿਆ ਵੀ ਇਹੀ ਵਧੀਆ ਹੋਊਗਾ ਜੇ ਮੈਂ ਨਾ ਹਿੱਲਾਂ ਜਦੋਂ ਤੱਕ ਕਿ ਮੈਨੂੰ ਛੱਡਦੇ ਨਹੀਂ। ਐਜ਼ ਫॉर ਦੀ ਅਟੈਕਰਸ ਆਈ ਬਿਲੀਵ ਦੈਟ ਆਈ ਕੁਡ ਫੇਸ ਦੀ ਗ੍ਰੇਟੈਸਟ ਆਰਮੀਜ਼ ਦੇ ਕੁਡ ਬ੍ਰਿੰਗ ਅਗੇਂਸਟ ਮੀ ਇਫ ਦੇ ਵਰ ਆਫ ਦੀ ਸੇਮ ਸਾਈਜ਼ ਐਜ਼ ਦ ਵਨ ਆਈ ਸੌ। ਕਹਿੰਦਾ ਵੀ ਐਜ਼ ਏ ਅਟੈਕਰ ਵੀ ਮੈਨੂੰ ਲੱਗਿਆ ਸੀ ਵੀ ਮੈਂ ਇਹਨਾਂ ਨਾਲ ਈਜ਼ੀਲੀ ਲੜ ਲੂੰਗਾ ਜੇ ਇਹਨਾਂ ਦੀਆਂ ਆਰਮੀਜ਼ ਵੀ ਆ ਜਾਣ, ਪਰ ਜੇ ਇਹਨਾਂ ਦਾ ਸਾਈਜ਼ ਇੰਨਾ ਕੀ ਹੋਵੇ। ਵਟ ਵੈਨ ਦੇ ਪੀਪਲ ਓਬਜ਼ਰਵਡ ਦੈਟ ਆਈ ਵਾਜ਼ ਕੁਆਇਟ ਦੇ ਸਟੋਪ ਦੇਅਰ ਅਟੈਕ। ਪਰ ਕਹਿੰਦਾ ਜਦੋਂ ਉਹਨਾਂ ਨੇ ਬੌਣੇ ਲੋਕਾਂ ਨੇ ਦੇਖਿਆ ਕਿ ਮੈਂ ਬਿਲਕੁਲ ਨਹੀਂ ਸੀ ਹਿੱਲ ਜੁਲ ਰਿਹਾ, ਨਾ ਹੀ ਮੈਂ ਉਹਨਾਂ 'ਤੇ ਹਮਲਾ ਕਰ ਰਿਹਾ ਸੀ, ਮੈਂ ਬਿਲਕੁਲ ਸ਼ਾਂਤ ਪਿਆ ਸੀ, ਤਾਂ ਉਹਨਾਂ ਨੇ ਵੀ ਆਪਦਾ ਹਮਲਾ ਕਰਨਾ ਬੰਦ ਕਰ ਦਿੱਤਾ। ਬਾਏ ਦ ਨੋਇਸ ਆਈ ਹਰਡ, ਜਦੋਂ ਮੈਂ ਆਵਾਜ਼ ਸੁਣੀ, ਆਈ ਨਿਊ ਦੇਅਰ ਨੰਬਰ ਹੈਡ ਇਨਕਰੀਜ਼ਡ, ਮੈਂ ਸੁਣਿਆ ਕਿ ਉਹਨਾਂ ਦੇ ਨੰਬਰ ਹੋਰ ਵੀ ਵੱਧ ਗਿਆ, ਮਤਲਬ ਉਹਨਾਂ ਦੀ ਗਿਣਤੀ ਹੋਰ ਵੱਧ ਚੁੱਕੀ ਸੀ। ਅਬਾਊਟ 4 yards from me against my right ear I heard a noise like that of the people at work. Turning my head that way as so much as the strings would permit me। ਕਹਿੰਦਾ ਮੈਂ ਦੇਖਿਆ ਕਿ ਜਿਹੜਾ ਮੇਰਾ ਸੱਜਾ ਕੰਨ ਆ ਉੱਥੇ ਤੱਕ ਕੀ ਆ ਇੱਕ ਲੋਕਾਂ ਦੀ ਆਵਾਜ਼ ਮੈਨੂੰ ਸੁਣਾਈ ਦਿੱਤੀ।
I saw that a stage had been erected about a foot and half from the ground. ਕਹਿੰਦਾ ਮੈਨੂੰ ਲੱਗਿਆ ਕਿ 1.5 ਫੁੱਟ ਦੀ ਉਹਨਾਂ ਨੇ ਸਟੇਜ ਬਣਾਈ ਹੈ ਜਿਹਦੇ ਉੱਪਰ ਇੱਕ ਸਪੀਕਰ ਖੜਾ ਸੀਗਾ, ਮਤਲਬ ਸਪੀਕਰ ਮਤਲਬ ਕਿ ਉਹਨਾਂ ਦਾ ਜਿਹੜਾ ਲੀਡਰ ਆ। It held 4 of the men who used a leader claim to it. ਕਹਿੰਦਾ ਉੱਥੇ 4 ਲੋਕ ਖੜੇ ਸੀ ਜਿਨ੍ਹਾਂ ਨੇ ਕੀ ਆ ਹੈਲਪ ਕਾਹਦੀ ਕੀਤੀ ਹੈ, ਇੱਕ ਲੀਡਰ ਦੀ। ਇੱਕ ਉਹਨਾਂ ਨੇ ਉੱਥੇ ਪੌੜੀ ਲੈ ਕੇ ਆਂਦੀ ਤਾਂ ਕਿ ਉਹ ਸਟੇਜ ਦੇ ਉੱਪਰ ਚੜ੍ਹ ਸਕਣ। ਵਨ ਆਫ ਦੀ ਮੈਨ ਹੂ ਸੀਮਡ ਟੂ ਦੀ ਆਫਿਸਰ, ਕਹਿੰਦਾ ਇੱਕ ਉਹਨਾਂ ਦੇ ਵਿੱਚੋਂ ਜਿਹੜਾ ਕਿ ਆਫਿਸਰ ਲੱਗਦਾ ਸੀ ਦੇਖਣ ਨੂੰ, ਮੇਡ ਮੀ ਅ ਲੌਂਗ ਸਪੀਚ ਫਰੋਮ ਦਿਸ ਸਟੇਜ ਬਟ ਆਈ ਅੰਡਰਸਟੂਡ ਨਥਿੰਗ। ਉਹਨੇ ਮੈਨੂੰ ਕਾਫੀ ਲੰਬੀ ਸਪੀਚ ਦਿੱਤੀ ਮੇਰੇ ਲਈ, ਪਰ ਮੈਨੂੰ ਉਹ ਸਟੇਜ ਤੋਂ ਵੀ ਕੁਛ ਨਹੀਂ ਸਮਝ ਆਇਆ ਕਿ ਉਹ ਕੀ ਕਹਿ ਰਹੇ ਆ। ਬਿਫੋਰ ਹੀ ਸਪੋਕ ਹੀ ਆਰਡਰਡ ਅਬਾਊਟ 50 ਆਫ ਮੈਨ ਟੂ ਕੱਟ ਦੀ ਰੋਪਸ ਦੈਟ ਟਾਈਡ ਦ ਸਾਈਡ ਆਫ ਮਾਈ ਹੈਡ। ਕਹਿੰਦਾ ਉਦੋਂ ਪਹਿਲਾਂ ਹੋਰ ਕੁਛ ਆਰਡਰ ਕਰਦੇ ਉਹਨਾਂ ਨੇ ਕੀਆ ਆਪਦੇ 50 ਬੰਦਿਆਂ ਨੂੰ ਕਿਹਾ ਕਿ ਜਿਹੜੀਆਂ ਮੇਰੇ ਸਿਰ ਦੇ ਉੱਪਰ ਉਹਨਾਂ ਨੇ ਬੰਨੀਆਂ ਹੋਈਆਂ ਸੀਗੀਆਂ ਰੱਸੀਆਂ ਉਹਨਾਂ ਨੂੰ ਕੱਟ ਦਿੱਤਾ ਜਾਵੇ, so that I was able to see what kind of a person he was and what he did, ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਉਹ ਕੀ ਆ ਅਤੇ ਕੀ ਕਰ ਰਹੇ ਆ। He was taller than any of other 3 and he seemed to be little longer than my middle finger, ਅਤੇ ਉਹ ਮੇਰੀ ਜਿਹੜੀ ਮਿਡਲ ਫਿੰਗਰ ਆ ਉਹਦੇ ਤੋਂ ਥੋੜਾ ਜਿਹਾ ਲੰਬਾ ਲੱਗ ਰਿਹਾ ਸੀ। He spoke like an orator, ਉਹ ਇੱਕ ਜਿਵੇਂ ਕੋਈ ਭਾਸ਼ਣ ਦਿੰਦਾ ਹੁੰਦਾ ਇਸ ਤਰ੍ਹਾਂ ਬੋਲਿਆ। And I noticed that at times he spoke angrily and at times with kindness, ਅਤੇ ਮੈਂ ਨੋਟਿਸ ਕੀਤਾ ਕਿ ਕਈ ਵਾਰ ਤਾਂ ਉਹ ਗੁੱਸੇ ਵਿੱਚ ਬੋਲ ਰਿਹਾ ਸੀ, ਕਈ ਵਾਰ ਉਹ ਪਿਆਰ ਨਾਲ ਬੋਲ ਰਿਹਾ ਸੀ। I answered in a few words, ਮੈਂ ਕੁਝ ਸ਼ਬਦਾਂ ਦੇ ਵਿੱਚ ਉਹਦੇ ਜਵਾਬਾਂ ਦਾ ਆਨਸਰ ਦਿੱਤਾ, ਸਵਾਲਾਂ ਦਾ ਆਨਸਰ ਦਿੱਤਾ। promising to do whatever he ordered me, ਮੈਂ ਉਹਨਾਂ ਨੂੰ ਪ੍ਰੋਮਿਸ ਕੀਤਾ ਕਿ ਤੁਸੀਂ ਜੋ ਕਹੋਗੇ ਮੈਂ ਉੱਦਾਂ ਦਾ ਹੀ ਕਰਾਂਗਾ। By that time being extremely hungry I showed that I wanted food by putting my finger frequently to my mouth, ਕਹਿੰਦਾ ਕਿਉਂਕਿ ਮੈਨੂੰ ਬਹੁਤ ਟਾਈਮ ਹੋ ਗਿਆ ਸੀ ਪਏ ਨੂੰ, ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ, ਤਾਂ ਕਰਕੇ ਮੈਂ ਆਪਦੀ ਉਂਗਲ ਦਾ ਇਸ਼ਾਰਾ ਆਪਦੇ ਮੂੰਹ ਵੱਲ ਕਰਦੇ ਹੋਏ ਉਹਨਾਂ ਨੂੰ ਦੱਸਿਆ ਕਿ ਮੈਨੂੰ ਬਹੁਤ ਭੁੱਖ ਲੱਗੀ ਹੈ। ਦਾ ਚੀਫ ਆਫ ਮੀ ਵੈਰੀ ਵੈਲ, ਇਸ ਤਰ੍ਹਾਂ ਜਿਹੜਾ ਭਾਸ਼ਣ ਦੇ ਰਿਹਾ ਸੀਗਾ, ਜਿਹੜਾ ਉਹਨਾਂ ਦਾ ਚੀਫ ਸੀਗਾ, ਮੇਨ ਆਫਿਸਰ ਸੀਗਾ, ਉਹ ਸਮਝ ਗਿਆ ਕਿ ਮੈਂ ਕੀ ਚਾਹੁੰਦਾ ਹਾਂ। ਹੀ ਡਿਸੈਂਟਡ ਫਰੋਮ ਸਟੇਜ ਐਂਡ ਕਮਾਂਡਡ ਦੈਟ ਸੈਵਰਲ ਲੈਡਰਸ ਬੀ ਪੁੱਟ ਅਗੇਂਸਟ ਮਾਈ ਸਾਈਡ, ਉਹਨਾਂ ਨੇ ਕਿਹਾ ਕਿ ਕਈ ਪੌੜੀਆਂ ਇਹਨਾਂ ਦੇ ਸਰੀਰ ਦੇ ਉੱਪਰ ਲਗਾਓ। 100 of people climbed up the ladders and walked toward my mouth with basket of full meat sent by the emperor, ਉਹਨਾਂ ਨੇ ਕੀ ਕੀਤਾ, ਛੋਟੀਆਂ ਛੋਟੀਆਂ ਬਾਸਕਟਸ ਲੈ ਕੇ ਆਏ, ਟੋਕਰੀਆਂ ਲੈ ਕੇ ਆਏ ਜਿਹਦੇ ਵਿੱਚ ਮੀਟ ਸੀਗਾ ਜਿਹੜਾ ਕਿ ਐਮਪੈਰਰ ਨੇ ਸੈਂਡ ਕੀਤਾ ਸੀ, ਉਹਨਾਂ ਨੇ ਮੈਨੂੰ ਉਹ ਖਵਾਇਆ। There were the shoulders and legs of several animals, they were smaller than the wings of small bird, ਕਹਿੰਦਾ ਉਹ ਕੀ ਸੀਗੇ, ਸ਼ੋਲਡਰ ਤੇ ਲੈਗਸ ਸੀਗੇ ਵੱਖ-ਵੱਖ ਐਨੀਮਲਸ ਦੇ ਜਿਹੜੇ ਕਿ ਇੱਕ ਛੋਟੇ ਪੰਛੀ ਦੇ ਖੰਭਾਂ ਨਾਲੋਂ ਵੀ ਛੋਟੇ ਸੀ ਅਸਲ ਵਿੱਚ। I ate them 2 or 3 at a mouthful and took 3 loaves of bread at a time, ਅਤੇ ਮੈਂ ਬ੍ਰੈਡ ਵੀ ਖਾ ਗਿਆ। They supplied me quickly as they could, ਉਹਨਾਂ ਨੇ ਮੈਨੂੰ ਉਨੀ ਜਲਦੀ ਸਪਲਾਈ ਕੀਤਾ ਫੂਡ ਜਿੰਨੀ ਜਲਦੀ ਉਹ ਕਰ ਸਕਦੇ ਸੀ। showing 1,000 marks of wonder and astonishment at my size and appetite, ਉਹਨਾਂ ਨੇ ਕੀਆ ਕਹਿੰਦੇ ਜਦੋਂ ਮੈਨੂੰ ਖਾਣਾ ਖਵਾਇਆ ਤਾਂ ਕੀ ਹੋਇਆ, ਉਹ ਬਹੁਤ ਹੈਰਾਨ ਹੋ ਗਏ ਕਿ ਮੈਂ ਕਿਵੇਂ ਖਾਧਾ ਵਾ ਅਤੇ ਮੈਂ ਇੰਨਾ ਕਿਵੇਂ ਖਾ ਗਿਆ, ਅਤੇ ਮੇਰੇ ਸਾਈਜ਼ ਨੂੰ ਦੇਖ ਕੇ ਵੀ ਉਹ ਬਹੁਤ ਹੈਰਾਨ ਹੋਏ। I then made another sign that I wanted drink, ਉਸ ਤੋਂ ਬਾਅਦ ਮੈਂ ਇੱਕ ਹੋਰ ਸਾਈਨ ਕੀਤਾ ਕਿ ਮੈਨੂੰ ਪਾਣੀ ਵੀ ਚਾਹੀਦਾ ਹੈ। They had found, ਕਿਉਂਕਿ ਉਹਨਾਂ ਨੂੰ ਪਿਆਸ ਵੀ ਬਹੁਤ ਲੱਗੀ ਸੀ, ਕਿਹਨੂੰ, ਰਾਜੇ ਗੁਲੀਵਰ ਨੂੰ। They had found by my eating that a small quantity would not be enough for me, ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਥੋੜਾ ਜਿਹਾ ਖਾਣਾ ਮੇਰੇ ਲਈ ਜ਼ਿਆਦਾ ਨਹੀਂ ਹੋਊਗਾ। So they drew up one of their largest cask ਹੁੰਦਾ ਵਾ ਰਾਜੇ ਇੱਕ ਡਰਮ ਭਰ ਕੇ ਲੈ ਕੇ ਆਏ ਉਹ। rolled it towards my hand, I opened the top and drank off the small quantity of wine in it contained, ਉਹ ਕੀ ਇੱਕ ਡਰਮ ਭਰ ਕੇ ਲੈ ਕੇ ਆਏ ਜਿਹਦੇ ਵਿੱਚ ਵਾਈਨ ਸੀਗੀ, ਮੈਂ ਉਹਦਾ ਢੱਕਣ ਹਟਾਇਆ ਅਤੇ ਮੈਂ ਉਸਨੂੰ ਪੀਣਾ ਸਟਾਰਟ ਕੀਤਾ। ਜਦੋਂ ਮੈਂ ਉਸਨੂੰ ਪੀਤਾ ਉਹ ਬਹੁਤ ਸਵਾਦਿਸ਼ਟ ਸੀਗੀ। it was delicious। they brought me a second cask, ਇਸ ਤੋਂ ਬਾਅਦ ਉਹ ਦੂਸਰੀ ਵਾਰ ਸੇਮ ਵਾਈਨ ਲੈ ਕੇ ਆਏ which I drank in the same manner and made signs for more but they had none to give me, ਮੈਂ ਕਿਹਾ ਮੈਨੂੰ ਥੋੜਾ ਹੋਰ ਚਾਹੀਦੀ ਹੈ, ਪਿਆਸ ਲੱਗੀ ਹੈ ਮੈਨੂੰ, ਪਰ ਉਹਨਾਂ ਨੇ ਮਨਾ ਕਰ ਦਿੱਤਾ ਕਿਉਂਕਿ ਉਹਨਾਂ ਕੋਲ ਹੋਰ ਕੁਝ ਹੈ ਹੀ ਨਹੀਂ ਸੀ, ਜੋ ਉਹਨਾਂ ਕੋਲ ਸੀ ਉਹਨਾਂ ਨੇ ਮੈਨੂੰ ਖਵਾ ਪਿਆ ਦਿੱਤਾ ਸੀ। when I had performed these wonders they shouted for joy, ਕਹਿੰਦੇ ਜਦੋਂ ਮੈਂ ਇਸ ਤਰ੍ਹਾਂ ਕੀਆ
ਖਾਣਾ ਖਾਧਾ ਅਤੇ ਇਸ ਤਰ੍ਹਾਂ ਮੈਂ ਆਪਦੀ ਪਿਆਸ ਬੁਝਾਈ ਉਹ ਡਰਮ ਨੂੰ ਈਜ਼ਲੀ ਚੁੱਕ ਕੇ, ਤਾਂ ਉਹ ਸਾਰੇ ਪੂਰੇ ਖੁਸ਼ ਹੋ ਗਏ ਅਤੇ ਉਹ ਮੇਰੇ ਸਰੀਰ ਦੇ ਉੱਪਰ ਚੜ੍ਹੇ ਅਤੇ ਡਾਂਸ ਕਰਨ ਲੱਗੇ ਪੂਰੇ ਖੁਸ਼ ਹੋ ਕੇ, ਰਿਪੀਟਿੰਗ ਸੈਵਰਲ ਟਾਈਮਸ ਐਜ਼ ਦੇ ਡਿਡ ਫਸਟ ਹੈਕੀਨਾ ਡੈਗੂਲ, ਅਤੇ ਉਹ ਵਾਰ-ਵਾਰ ਹੈਕੀਨਾ ਡੈਗੂਲ ਵਰਡ ਬੋਲ ਕੇ ਉੱਚੀ ਉੱਚੀ ਕੀ ਆ ਹੱਸ ਰਹੇ ਸੀਗੇ ਅਤੇ ਪੂਰੇ ਖੁਸ਼ ਹੋ ਕੇ ਡਾਂਸ ਕਰ ਰਹੇ ਸੀ। ਸੋ ਇਹ ਕੀ ਸੀਗਾ ਰਾਜੇ, ਗੁਲੀਵਰ ਇਨ ਲਿਲੀਪੁਟ, ਕਿ ਕੀ ਹੈ ਇੱਕ ਜਿਹੜਾ ਗੁਲੀਵਰ ਇੱਕ ਨਾਮ ਦਾ ਵਿਅਕਤੀ ਆ ਉਹ ਇੱਕ ਵਾਰ ਸਮੁੰਦਰ ਦੇ ਵਿੱਚ ਸਫ਼ਰ ਕਰ ਰਿਹਾ ਸੀਗਾ। ਠੀਕ ਹੈ, ਅਚਾਨਕ ਸਮੁੰਦਰ ਦੇ ਵਿੱਚ ਤੂਫਾਨ ਆਉਂਦਾ ਵਾ ਜਿਹਦੇ ਕਰਕੇ ਕੀ ਆ ਉਹ ਅਨਕੌਂਸ਼ੀਅਸ ਹੋ ਜਾਂਦਾ ਅਤੇ ਉਹ ਆਪਣੇ ਆਪ ਨੂੰ ਇੱਕ ਆਈਲੈਂਡ ਦੇ ਉੱਪਰ ਪਾਉਂਦਾ ਵਾ, ਜਿਹੜੇ ਆਈਲੈਂਡ ਦਾ ਨਾਮ ਕੀ ਆ ਲਿਲੀਪੁਟ। ਠੀਕ ਹੈ, ਜਿੱਥੇ ਕਿ ਕੀ ਆ ਬੌਣੇ ਲੋਕਾਂ ਦਾ ਰਾਜ ਚੱਲਦਾ ਸੀਗਾ। ਜਦੋਂ ਉਹਨੂੰ ਹੋਸ਼ ਆਇਆ ਉਹਨੇ ਦੇਖਿਆ ਕਿ ਮੈਂ ਕੀ ਆ, ਮੈਨੂੰ ਬੰਨਿਆ ਹੋਇਆ ਵਾ ਉਹਨਾਂ ਨੇ ਧਰਤੀ ਦੇ ਉੱਪਰ ਗਰਾਊਂਡ ਦੇ ਨਾਲ ਮੈਨੂੰ ਬੰਨਿਆ ਹੋਇਆ ਰੱਸੀਆਂ ਦੇ ਨਾਲ। ਠੀਕ ਹੈ, ਗਰਾਊਂਡ ਦੇ ਉੱਪਰ ਪਾਇਆ ਹੋਇਆ ਸੀ ਅਤੇ ਰੱਸੀਆਂ ਨਾਲ ਉਹਨੂੰ ਕਵਰ ਕੀਤਾ ਹੋਇਆ ਸੀ, ਬੰਨਿਆ ਹੋਇਆ ਸੀਗਾ, ਕਿਉਂਕਿ ਉਹਨਾਂ ਨੂੰ ਲੱਗਿਆ ਸੀਗਾ ਵੀ ਇਹ ਕੋਈ ਕੀ ਆ ਹਮਲਾਵਰ ਆ, ਪਰ ਉਸਨੇ ਕੁਛ ਵੀ ਨਹੀਂ ਕੀਤਾ ਗੁਲੀਵਰ ਨੇ। ਸੋ ਇਸ ਤਰ੍ਹਾਂ ਗੁਲੀਵਰ ਨੇ ਕੀ ਆ ਉਹਨਾਂ ਨਾਲ ਫਰੈਂਡਸ਼ਿਪ ਕਰ ਲਈ। ਇਸ ਤਰ੍ਹਾਂ ਕੀ ਇਹਦੇ ਵਿੱਚ ਦਿਖਾਇਆ ਹੋਇਆ ਵਾ ਕਿ ਜਿਹੜਾ ਗੁਲੀਵਰ ਆ ਉਹ ਅਸਲ ਦੇ ਵਿੱਚ ਕੀ ਆ ਬਹੁਤ ਹੀ ਕਾਈਂਡ ਹਾਰਟਡ ਮੈਨ ਆ, ਕਿ ਇੱਕ ਬਹੁਤ ਵਧੀਆ ਉਹ ਇਨਸਾਨ ਆ। ਉਹ ਚਾਹੁੰਦਾ ਤਾਂ ਉਹਨਾਂ ਨਾਲ ਲੜ ਕੇ ਉਹਨਾਂ ਨੂੰ ਈਜ਼ਲੀ ਮਾਰ ਵੀ ਸਕਦਾ ਸੀ, ਕਿਉਂਕਿ ਜਿਹੜੇ ਬੌਣੇ ਲੋਕ ਉਹਨਾਂ ਦਾ ਸਾਈਜ਼ ਬਹੁਤ ਛੋਟਾ ਸੀਗਾ, ਸਿਰਫ 6 ਇੰਚ ਦੇ ਸੀਗੇ ਉਹ, ਤਾਂ ਕਰਕੇ ਉਹ ਈਜ਼ਲੀ ਉਹਨਾਂ ਨੂੰ ਮਾਰ ਸਕਦਾ ਸੀ, ਪਰ ਉਸਨੇ ਇੱਦਾਂ ਨਹੀਂ ਕੀਤਾ। ਉਹਨਾਂ ਨੇ ਉਹਨੂੰ ਸਮਝਿਆ ਅਤੇ ਉਹਨਾਂ ਨਾਲ ਦੋਸਤੀ ਕਰ ਲਈ। ਇਸ ਤਰ੍ਹਾਂ ਜਿਹੜਾ ਉਹਨਾਂ ਦਾ ਮੇਨ ਲੀਡਰ ਸੀਗਾ ਉਹਨੇ ਗੁਲੀਵਰ ਨੂੰ ਅੰਤ ਦੇ ਵਿੱਚ ਰਿਹਾ ਕਰ ਦਿੱਤਾ। ਓਕੇ, ਨਾਓ ਵਾਟ ਯੂ ਹੈਵ ਟੂ ਡੂ, ਵਾਚ ਦਿਸ ਵੀਡੀਓ ਕੇਅਰਫੁਲੀ ਐਂਡ ਆਫਟਰ that also give one reading of the chapter. All right beta, if you have any doubt or any confusion then you can ask me.